ਉੱਲੂ ਬੋਲੇ ਵਿੱਚ ਉਜਾੜ। ਇੱਕ ਸ਼ਾਮ ਅੱਲੋਕਾਰ ਘਟਨਾ ਵਾਪਰੀ। ਰਾਤ ਨੂੰ ਖਾਓ ਪੀਓ ਤੋਂ ਮਗਰੋਂ ਬਚਨ ਸਿੰਘ ਖੂਹ ਵੱਲ ਜਾਣ ਲੱਗਿਆ ਤਾਂ ਕਿੰਨੀ ਦੇਰ ਤੋਂ ਓਟੀਏ ਉਹਲੇ ਖੜੋਤੀ ਅਮਰ ਕੌਰ ਉਸ ਉੱਪਰ ਇੱਲ ਵਾਂਗ ਝਪਟੀ। ਅੱਖ ਦੇ ਫੋਰ ਵਿੱਚ ਨਾਨੇ ਨੂੰ ਬਾਹੋਂ ਫੜ ਕੇ ਆਪਣੇ ਕਮਰੇ ਵੱਲ ਧੂਹਿਆ। ਜੱਫੀ ਭਰ ਕੇ ਸਾਹਮਣੇ ਵਿਛੇ ਮੰਜੇ ਉੱਤੇ ਸੁੱਟ ਲਿਆ। ਪਟਾਕ ਦੇ ਕੇ ਅੰਦਰੋਂ ਕੁੰਡਾ ਅੜਾਇਆ ਅਤੇ ਉੱਪਰੋਂ ਜਿੰਦਰਾ ਜੜ ਦਿੱਤਾ। ਕਿੰਨਾ ਚਿਰ ਤੋਂ ਤੇਰੇ ਮੂੰਹ ਕੰਨੀ ਦੇਖਦੀ ਨੂੰ ਹੋ ਗਿਆ। ਸੋਚਦੀ ਤੀ ਬਈ ਹੁਣ ਲੀਹ 'ਤੇ ਆਇਆ, ਹੁਣ ਪਿੱਛੇ ਮੁੜਿਆ, ਪਰ ਤੂੰ ਮੰਨਦਾ ਕਿੱਥੇ ਐ? ਛੜੇ ਮਲੰਗਾਂ ਵਾਂਗ ਵਿਚਰਿਆ ਫਿਰਦਾ। ਉਹ ਦਿਨ ਭੁੱਲ ਗਿਆ ਜਿੱਦਣ ਸਿਹਰੇ ਬੰਨ੍ਹ ਕੇ ਮੈਨੂੰ ਮੀਰਪੁਰੋਂ ਵਿਆਹ ਕੇ ਲਿਆਇਆ ਤਾ। ਉਸ ਕੰਨਿਆ ਦੇਵੀ ਨੂੰ ਕਿਉਂ ਜਣਿਆ ਜੇ ਲੰਡਾ ਚਿੜਾ ਬਣ ਕੇ ਇੱਕ ਨੇ ਥਾਂ ਥਾਈਂ ਉਡਾਰੀਆਂ ਮਾਰਨੀਆਂ ਤੀਆਂ? ਜਵਾਬ ਦੇ ਓਏ ਭੇਖੀ ਬੰਦਿਆ। ਨਾਨੀ ਪੂਰੀ ਹਰਖੀ ਹੋਈ ਸੀ। ਮੈਂ ਕਿਹਾ ਮੈਨੂੰ ਕਿਉਂ ਪਰੁੰਨਿਆ ਸੀ? ਮਿੱਠੀ ਨੇ ਭਬਕ ਮਾਰੀ। ਮੈਂ ਸੋਚਦਾ ਸੀ ਬਈ ਤੁਸੀਂ ਦੋਏ ਭੈਣਾਂ ਹੋ, ਤੂੰ ਵੱਡੀ ਨਾਲ ਬਣਾ ਕੇ ਰੱਖੇਂਗੀ। ਛੋਟੇ ਨਾਨੇ ਨੇ ਠਰਮੇ ਨਾਲ ਆਖਿਆ। ਇਹ ਕਿਉਂ ਭੁੱਲਦਾ ਵੀ ਮੈਂ ਇੱਕ ਮਾਂ ਵੀ ਹੈਗੀ ਹਾਂ। ਮੈਥੋਂ ਤੇਰੇ ਵਾਂਗ ਲੰਡੋਰ ਨਹੀਂ ਬਣ ਹੁੰਦਾ। ਮਿੱਠੀ ਨੇ ਘੁਰਕੀ ਦਿੱਤੀ। ਬਚਨ ਸਿੰਘ ਨੂੰ ਫੜ ਕੇ ਝੰਜੋੜਿਆ। ਤੈਨੂੰ ਸਕੀ ਧੀ ਦਾ ਪਿਆਰ ਕਿਉਂ ਨਹੀਂ ਆਉਂਦਾ ਪੱਥਰ ਦਿਲ ਬੰਦਿਆ? ਨਾਨੀ ਫਿਟਕਾਰਦੀ ਰਹੀ ਪਰ ਨਾਨਾ ਚੁੱਪ ਰਿਹਾ। ਇਸ ਤੋਂ ਅੱਗੇ ਕਹਿੰਦੇ ਮਿੱਠੀ ਅਮਰ ਕੌਰ ਨੇ ਨਰਮ ਰੁਖ ਅਪਣਾ ਲਿਆ। ਬੇਸ਼ੱਕ ਉਹ ਆਪਣਾ ਹਿੱਸਾ ਮੰਗਦੇ ਕੁੜੀ ਪ੍ਰਾਹੁਣੇ ਨੂੰ ਲੋਕ ਦਿਖਾਵੇ ਵਜੋਂ ਝਿੜਕੀਆਂ ਮਾਰਦੀ, ਕੇਵਲ ਸਿੰਘ ਨੂੰ ਸਬਰ ਕਰਨਾ ਸਿਖਾਉਂਦੀ, ਪਰ ਉਸਦੇ ਦਰ ਉੱਤੇ ਭਿਖਾਰੀਆਂ ਵਾਂਗ ਸਵਾਲੀ ਬਣੇ ਖੜੋਤੇ ਗਿਆਨੋ ਅਤੇ ਕੇਵਲ ਸਿੰਘ ਉਸ ਤੋਂ ਬਰਦਾਸ਼ਤ ਨਾ ਹੁੰਦੇ। ਜਦੋਂ ਮਸੂਸੇ ਚਿਹਰੇ ਲੈ ਕੇ ਦੋਵੇਂ ਮੁੜ ਜਾਂਦੇ ਤਾਂ ਉਹ ਅੱਖਾਂ ਵਿੱਚ ਘੁਸੁੰਨ ਦੇ ਕੇ ਰੋਈ ਜਾਂਦੀ। ਦੇਖ ਇੱਥੇ ਮੇਰੇ ਕੋਲ ਸੌਂ। ਚਾਹੇ ਉਸ ਪ੍ਰੀਤੋ ਸੂਰੀ ਦੇ ਅੰਦਰ ਘੁਸੜ ਕੇ ਕੀੜਿਆਂ ਵਾਲੇ ਕੁੱਤੇ ਵਾਂਗ ਸ਼ਹਿ ਕੇ ਪਿਆ ਬੈਠਾ ਰਿਹਾ ਕਰ। ਬੇਸ਼ੱਕ ਖੂਤੇ ਨੂੰ ਨੱਠ ਲਿਆ ਕਰ, ਪਰ ਗਿਆਨੋ ਵਾਲਾ ਇਨਸਾਫ ਤੈਨੂੰ ਕਰਨਾ ਹੀ ਪਊ। ਅਮਰ ਕੌਰ ਪਹਿਲਾਂ ਧਮਕਾਉਂਦੀ, ਪਿੱਛੋਂ ਹਾੜੇ ਕੱਢਣ ਲੱਗੀ। ਸਾਰੀ ਰਾਤ ਕੀਤੀਆਂ ਉਸ ਦੀਆਂ ਗੱਲਾਂ ਦਾ ਸਾਰ ਤਾਂ ਇਹੀ ਸੀ ਕਿ ਜੇ ਬਚਨ ਸਿੰਘ ਅੰਦਰਲਾ ਪਿਓ ਹਾਲੇ ਜਿਉਂਦਾ ਸੀ, ਨਿਹੰਗ ਪੁਣੇ ਨੇ ਜੇ ਉਸ ਨੂੰ ਅਜੇ ਪੂਰਾ ਪੱਥਰ ਦਿਲ ਨਹੀਂ ਸੀ ਬਣਾਇਆ, ਜੇ ਉਹ ਆਪਣੀ ਇਕਲੌਤੀ ਧੀ ਦਾ ਵਸੇਬਾ ਲੋਚਦਾ ਤਾਂ ਕੁੜੀ ਦਾ ਹੱਕ ਦੇਣਾ ਬਣਦਾ। ਜੇ ਤਾਂ ਮੇਰੀ ਕੋਈ ਗੱਲ ਤੇਰੇ ਖਾਨੇ ਵੜਦੀ ਹੈ ਫੇਰ ਉਹਨੂੰ ਮੰਨ ਲੈ, ਨਹੀਂ ਤਾਂ ਇਹਨਾਂ ਅੱਖਾਂ ਮੂਹਰਿਓਂ ਨਾ ਲੰਘਿਆ ਕਰ। ਮੈਥੋਂ ਤੱਤ ਚੜ੍ਹੇ ਤੋਂ ਜੇ ਕਿਸੇ ਦਿਨ ਤੇਰਾ ਗਲ ਘੁੱਟਿਆ ਗਿਆ, ਬਦਨਾਮੀ ਵਾਧੂ ਦੀ ਹੋ ਜਾਊ। ਅਮਰ ਕੌਰ ਅੰਦਰ ਜਿਵੇਂ ਉਸ ਰਾਤ ਚੰਡੀ ਪ੍ਰਵੇਸ਼ ਕਰ ਗਈ ਹੋਵੇ। ਉਹ ਕਚੀਚੀਆਂ ਵੱਟਦੀ, ਮੁੱਠੀਆਂ ਬੀਜਦੀ ਰਹੀ। ਜੇ ਗਿਆਨੋ ਦੇ ਨਾਲ ਤੇਰੇ ਘਰ ਇੱਕ ਪੁੱਤ ਵੀ ਹੁੰਦਾ, ਤੇਰੀ ਧੀ ਦਾ ਵਸੇਬਾ ਫੇਰ ਕਿੱਕਣ ਹੁੰਦਾ? ਨਿਸਲ ਹੋਏ ਪਏ ਬਚਨ ਸਿੰਘ ਨੇ ਨਿਹੋਰਾ ਕੀਤਾ। ਮੁੰਡਾ ਹੁੰਦਾ ਤਾਂ ਸਹੀ, ਫਿਰ ਕੁੜੀ ਦੇ ਸਹੁਰਿਆਂ ਨੂੰ ਇੱਧਰਲੀ ਚਾਕ ਨਾ ਰਹਿੰਦੀ। ਸੱਚ ਇਹ ਹੈਗਾ ਬਈ ਆਪਣੇ ਪੁੱਤਰ ਜੰਮਿਆ ਨਹੀਂ। ਠੀਕਰੀ ਵਾਲੀਏ ਕਹਿੰਦੇ ਬਈ ਅਸੀਂ ਤਾਂ ਰਿਸ਼ਤਾ ਹੀ 25 ਕਿੱਲੇ ਦੇਖ ਕੇ ਲਿਆ ਸੀ, ਨਹੀਂ ਸਾਡੇ ਮੁੰਡੇ ਨੂੰ ਤਾਂ ਮਾਸਟਰ ਨਹੀਂ ਮਿਲਦੀ ਤੀ। ਮਿੱਠੀ ਨਾਨੀ ਨੇ ਉੱਚੀ ਕਿਹਾ। ਉਹ ਕਲਪਦੀ ਰਹੀ, ਹੰਝੂ ਕੇਰਦੀ ਰਹੀ। ਮੈਂ ਕਿਹਾ ਤੂੰ ਆਪਣੇ ਕੁੜਮ ਫੌਜੀ ਦਿਆਲ ਸਿੰਘ ਨੂੰ ਪੁੱਛੀ ਬਈ ਉਹ ਕਕਰਾਲੇ ਵਿਆਹੀ ਆਪਣੀ ਸਕੀ ਧੀ ਨੂੰ ਵਿਰਾਸਤ 'ਚੋਂ ਅੱਧ ਵੰਡ ਕੇ ਦਊਗਾ। ਜੇ ਉਹ ਹਾਂ ਕਹਿ ਗਿਆ, ਮੈਂ ਉਦਣੇ ਤੇਰੀ ਗਿਆਨੋ ਦੇ ਨਾਂ ਸਾਰੀ ਜਾਇਦਾਦ ਕਰਾ ਦੇਊ। ਬਚਨ ਸਿੰਘ ਨੇ ਮੁੜ ਜ਼ਿਰਾ ਕੀਤੀ ਤਾਂ ਬਾਹਰਲੇ ਪੱਕੇ ਬਨੇਰੇ ਉੱਪਰ ਉੱਲੂ ਆ ਬੈਠਿਆ, ਜਿਸ ਦੀ ਲੰਬੀ ਚੀਂ ਚੜੀ ਦੇ ਨਾਲੋਂ ਨਾਲ ਇੱਕ ਬਿੱਲ ਬਤੌਰੀ ਨੇ ਚਬਰਚੂੰ ਕਰਦਿਆਂ ਪੂਰੀ ਅੱਤ ਚੁੱਕੀ ਹੋਈ ਸੀ। ਦੁਰ ਫਿੱਟੇ ਮੂੰਹ ਤੇਰੇ, ਮੈਂ ਭਲਾ ਇੰਨੀ ਪੁੱਠੀ ਗੱਲ ਕਿਉਂ ਪੁੱਛਾਂ? ਅਮਰ ਕੌਰ ਨੇ ਤੜਫ ਕੇ ਆਖਿਆ। ਸੁੱਖੀ ਸੰਦੀ ਉਹਦਾ ਕੇਵਲ ਸਿੰਘ ਜਿਉਂਦਾ ਰਹੇ। ਆਖਰ ਤੇਰੀ ਜਾਇਦਾਦ ਦੀ ਹੱਕਦਾਰ ਆਪਣੀ ਧੀ ਗਿਆਨੋ ਹੀ ਹੈਗੀ ਨਾ। ਮੁੱਢਲੇ ਰੂਪ ਵਿੱਚ ਨਾਨੀ ਇਹੀ ਮਨਵਾਉਣਾ ਲੋਚਦੀ। ਉਹ ਅਸਲ ਹੱਕਦਾਰ ਜ਼ਰੂਰ ਹੁੰਦੀ ਜੇ ਮੇਰਾ ਮੁੰਡਾ ਬਣ ਕੇ ਜੰਮਦੀ।
ਜਾਇਦਾਦ ਫੇਰ ਸਾਡੀ ਜੱਦ ਵਿੱਚ ਰਹਿੰਦੀ। ਏਕਣ ਦਾ ਕਮਲੀਏ ਸਾਡੇ ਪੁਰਖਿਆਂ ਦਾ ਵਜੂਦ ਹੀ ਖਤਮ ਹੋ ਜੂ। ਸਦੀਆਂ ਤੋਂ ਸੰਭਾਲੀ ਭੋਏ ਨੇ ਠੀਕਰੀ ਵਾਲ ਜਾ ਵੜਨਾ। ਬਚਨ ਸਿੰਘ ਦਾ ਨੰਨਾ ਬਰਕਰਾਰ ਸੀ। ਉਹ ਕੁਲ ਨਾਲ ਦਗਾ ਨਹੀਂ ਕਮਾਏਗਾ। ਪਲੇਗ ਵਿੱਚ ਉਸਦੇ ਵਡਾਰੂ ਮਰ ਮੁੱਕ ਗਏ। ਸਕੀ ਮਾਂ ਜਿਉਂਦੀ ਹੀ ਪਰਾਈ ਹੋ ਗਈ। ਉਦੋਂ ਜੇ ਉਸਦਾ ਵੱਡਾ ਭਰਾ ਚਰਨ ਸਿੰਘ ਉਸਨੂੰ ਮਾਂ ਪਿਓ ਬਣ ਕੇ ਨਾ ਪਾਲਦਾ ਸੰਭਾਲਦਾ ਤਾਂ ਉਹਨੇ ਪ੍ਰਵਾਨ ਕਿੱਥੇ ਚੜ੍ਹਨਾ ਸੀ? ਕਿਸ ਨੇ ਅਮਰੋ ਨੂੰ ਵਿਆਹੁਣਾ ਸੀ? ਕਿੱਥੋਂ ਗਿਆਨੋਂ ਨੇ ਜੰਮਣਾ ਸੀ? ਜੱਦੀ ਪੁਸ਼ਤੀ ਭੋਏ 'ਚੋਂ ਵੱਢਿਆ ਅੱਧਾ ਟੱਕ ਜਦੋਂ ਸਿੱਧਾ ਬਗਾਨਿਆਂ ਨੂੰ ਜਾਊ, ਸੁਰਗਾਂ 'ਚੋਂ ਝਾਕਦੇ ਮੇਰੇ ਵਡਾਰੂ ਮੈਨੂੰ ਦੁਰਾਸੀਸਾਂ ਨਹੀਂ ਦੇਣਗੇ। ਬਚਨ ਸਿੰਘ ਤਲਖ ਹੋਇਆ, ਇੱਕ ਵਾਰੀ ਉੱਠ ਕੇ ਤੁਰਨ ਲੱਗਿਆ। ਨਾਨੀ ਦੇ ਦਰਾਂ ਮੂਹਰੇ ਆਪਣੇ ਆਪ ਉੱਗੀ ਕਿੱਕਰ ਉੱਤੇ ਮੁੜ ਅਡਾਰੀ ਮਾਰ ਕੇ ਆ ਬੈਠਿਆ ਚੁਗਲ ਪੰਛੀ ਫੇਰ ਚਬਰਚੂ ਕਰਦਾ ਬਿਲਕਿਆ। ਖਿੜਕੀ ਦੀ ਝੀਤ ਵਿੱਚੋਂ ਅੱਜ ਸੁਰਲ ਬਿਰਲ ਲੈਂਦੇ ਜੇ ਕਿਸੇ ਪਰਛਾਵੇਂ ਜਿਹੇ ਨੂੰ ਜਾਪਿਆ, ਜਿਵੇਂ ਭੱਜਣ ਲੱਗੇ ਸਿੱਖ ਨੂੰ ਮਿੱਠੀ ਨੇ ਮੁੜ ਜਕੜ ਲਿਆ ਹੋਵੇ। ਵਸੀਅਤ ਤਾਂ ਕਰਾ ਸਕਦਾ ਹੈ, ਤੇਰੇ ਜਿਉਂਦੇ ਜੀ ਤੇਰੇ ਭਤੀਜੇ ਵਾਹੀ ਜਾਣ, ਪਿੱਛੋਂ ਹੱਕ ਤੇਰੇ ਦੋਹਾਂ ਦੋਹਤਿਆਂ ਦਾ ਹੀ ਬਣਦਾ ਹੈ। ਅਮਰ ਕੌਰ ਦੀ ਮੁਹਾਰਨੀ ਜਾਰੀ ਸੀ ਜਦੋਂ ਦਾਤ ਕਾਉਂਦਾ ਬਚਨ ਸਿੰਘ ਮੁੜ ਦਰਵਾਜ਼ੇ ਵੱਲ ਔਲਿਆ, ਪਰ ਉੱਥੇ ਪਹਿਲਾਂ ਰੋਪੜੀਆ ਜਿੰਦਾ ਲਟਕ ਰਿਹਾ ਸੀ। ਮੈਨੂੰ ਆਪਣੇ ਜਿਉਂਦੇ ਜੀ ਕਿਉਂ ਵਿਧਵਾ ਬਣਾਉਣਾ ਜਥੇਦਾਰਾ? ਕਿਹੜਾ ਬੱਜਰ ਪਾਪ ਹੋ ਗਿਆ ਮੈਥੋਂ? ਉਸ ਦਿਨ ਪਿੱਛੋਂ ਬਚਨ ਸਿੰਘ ਮਿੱਠੀ ਨਾਨੀ ਕੋਲ ਹੀ ਸੌਣ ਲੱਗਿਆ, ਪਰ ਕੱਚੇ ਦੁੱਧ ਵਿੱਚ ਕਾਂਜੀ ਉਦੋਂ ਘੁਲ ਗਈ ਜਦੋਂ ਇੱਕ ਰਾਤ ਪੇਕੀ ਰਹੀ ਗਿਆਨੋਂ ਆਪਣੇ ਪਿਓ ਦੇ ਪਿੱਛੇ ਪੈ ਗਈ। ਅਸਲ ਵਿੱਚ ਸਾਡੀ ਇਸ ਮਾਸੀ ਨੂੰ ਪੇਕੀ ਆਈ ਨੂੰ ਕਾਫੀ ਅਰਸੇ ਤੋਂ ਖੁੱਲ੍ਹੀ ਸੁਬਾਤ ਵਿੱਚ ਇਕੱਲੀ ਵੱਸਦੀ ਮਾਂ ਅਮਰ ਕੌਰ ਹੀ ਚੰਗੀ ਲੱਗਦੀ, ਜਿਵੇਂ ਉਹ ਆਪਣੀ ਇਕੱਲੀ ਮਾਂ ਨੂੰ ਹੀ ਘਰ ਵਿੱਚ ਦੇਖਣ ਚਿਤਵਣ ਦੀ ਆਦੀ ਹੋ ਗਈ ਸੀ। ਉਸ ਦਾ ਪਿਤਾ ਜਿਵੇਂ ਮਾਂ ਧੀ ਵਿਚਕਾਰ ਕੋਈ ਓਪਰਾ ਬੰਦਾ ਹੋਵੇ। ਆਪਣੇ ਮਸੇਰ ਭਰਾਵਾਂ ਅਤੇ ਭੈਣਾਂ ਦੀ ਰੀਸ ਪਿਓ ਨੂੰ ਚਾਚਾ ਆਖਣ ਦੀ ਆਦੀ ਹੋਈ, ਉਹ ਵੀ ਉਸ ਰਾਤ ਬਚਨ ਸਿੰਘ ਨੂੰ ਟਿਕਾਣੇ ਲਿਆਉਣ ਦੀ ਅਸਫਲ ਕੋਸ਼ਿਸ਼ ਕਰਦੀ ਰਹੀ, ਜਦੋਂ ਕਿ ਅਮਰ ਕੌਰ ਕੋਲ ਬੈਠੀ ਮੁਸ ਅਥਰੂ ਬਹਾਉਂਦੀ ਫਿੱਟ ਲਾਣ ਤਾਂ ਦਿੰਦੀ ਰਹੀ। ਤੂੰ ਆਪੇ ਦੇਖ ਲਵੀਂ ਧੀਏ, ਜਦੋਂ ਤੂੰ ਆਪਣੇ ਸਹੁਰਿਆਂ ਦੀ ਜਾਇਦਾਦ 'ਚੋਂ ਅੱਧ ਵੰਡ ਕੇ ਆਪਣੀ ਨਣਦ ਨੂੰ ਦੇਵੇਂਗੀ ਤਾਂ ਤੇਰੇ ਕਾਲਜ ਦਾ ਰੁੱਗ ਨਹੀਂ ਭਰਿਆ ਜਾਊ। ਐਸੀ ਪਰੰਪਰਾ ਹੈਗੀ ਨਹੀਂ ਸਾਊ। ਜਬਰੀ ਮੈਥੋਂ ਹਾਂ ਅਖਵਾ ਲਵੇਂਗੀ, ਮੈਨੂੰ ਮਗਰੋਂ ਬਚਨਾਂ ਤੋਂ ਮੁੱਕਰਨਾ ਪਊ। ਬੇਜ਼ਬਾਨ ਬੰਦੇ ਦੀ ਕੋਈ ਜੀਵਤ ਥੋੜ੍ਹੋ ਹੁੰਦੀ। ਨਾਨਾ ਪੁੱਠਾ ਪੈ ਗਿਆ। ਭਲਾ ਮੈਂ ਆਪਣੀ ਨਣਦ ਨੂੰ ਅੱਧ ਕਿਉਂ ਦੇਵਾਂਗੀ? ਜਿਉਂਦੇ ਰਹਿਣ ਮੇਰਾ ਮੋਹਣਾ ਸੋਹਣਾ। ਮਾਸੀ ਨੇ ਜਿਵੇਂ ਚੀਕ ਮਾਰੀ। ਸੋਚਣ ਵਾਲੀ ਗੱਲ ਸਿਰਫ ਇੰਨੀ ਓ ਹੈਗੀ ਪੁੱਤਰੀ, ਮੇਰਾ ਮਨ ਨਹੀਂ ਮੰਨਦਾ, ਬੇਵਸੀ ਹੈ ਮੇਰੀ। ਰੋਣਾਕਾ ਹੋਇਆ ਬਚਨ ਸਿੰਘ ਇੰਨਾ ਹੀ ਆਖ ਸਕਿਆ ਜਦੋਂ ਖਿਜੀ ਹੋਈ ਗਿਆਨੋ ਨੇ ਇੱਕ ਦੁਹੱਥੜ ਆਪਣੇ ਮੱਥੇ ਉੱਪਰ ਤੇ ਦੂਜੀ ਸਾਹਮਣੇ ਬੈਠੇ ਪਿਓ ਦੇ ਸਿਰ ਵਿੱਚ ਮਾਰੀ। ਮੈਨੂੰ ਪਤਾ ਹੈ ਤੇਰੀ ਬੇਵਸੀ ਦਾ। ਮੇਰੇ ਵੱਲੋਂ ਤੂੰ ਅੱਜ ਤੋਂ ਮਰ ਗਿਆ। ਕੀਰਤਪੁਰ ਫੁੱਲ ਪੈ ਗਏ ਤੇਰੇ। ਮੈਂ ਤੇਰੀ ਧੀ ਨਹੀਂ, ਤੇਰੇ ਨਾਲੋਂ ਮੈਂ ਅਨੋਖੇ ਵਰਗੇ ਕਿਸੇ ਕਮੀਣ ਨੂੰ ਆਪਣਾ ਮਾਪਾ ਮੰਨ ਲਊਂਗੀ। ਤੂੰ ਜਾ ਜਿੱਧਰ ਦਫਾ ਹੋਣਾ, ਮੁੜ ਕੇ ਮੇਰੀ ਮਾਂ ਦੇ ਮੱਥੇ ਨਾ ਲੱਗੀ। ਕਰੀ ਖੋਹਾ। ਗਿਆਨੋ ਸ਼ਰੀਕਾਂ ਵਾਂਗ ਲਾਹਣਤਾਂ ਦਿੰਦੀ ਰਹੀ। ਇਸ ਮਗਰੋਂ ਉਸਨੇ ਬਚਨ ਸਿੰਘ ਨੂੰ ਬੁਲਾਉਣਾ ਤਾਂ ਕੀ ਸੀ, ਕਦੇ ਅੱਖ ਭਰ ਕੇ ਉਸ ਵੱਲ ਤੱਕਿਆ ਵੀ ਨਹੀਂ। ਬੇਸ਼ੱਕ ਉਹ ਸੱਦੀ ਸਦਾਈ ਆਪਣੇ ਤਾਏ ਦੇ ਪੁੱਤਾਂ ਦੇ ਹਰੇਕ ਕਾਰਜ ਵਿੱਚ ਹਾਜ਼ਰੀ ਭਰਦੀ। ਮਾਂ ਕੋਲ ਵੀ ਇੱਕ ਦੋ ਰਾਤਾਂ ਕੱਟ ਜਾਂਦੀ। ਆਪਣੇ ਪੁੱਤਰ ਗੁਰਮੋਹਨ ਅਤੇ ਗੁਰਸੋਹਣ ਨੂੰ ਛੁੱਟੀਆਂ ਵਿੱਚ ਰਾਏਪੁਰ ਛੱਡ ਜਾਂਦੀ। ਪ੍ਰੀਤਮ ਕੌਰ ਨੂੰ ਉੱਡ ਕੇ ਮਿਲਦੀ। ਤਾਇਆ ਚਰਨ ਸਿੰਘ ਦੀ ਸੁੱਖ ਸਾਂਦ ਪੁੱਛ ਲੈਂਦੀ। ਉਹ ਵੀ ਅੱਗੇ ਹੋ ਕੇ ਦੋਹਾਂ ਹੱਥਾਂ ਨਾਲ ਉਸਦਾ ਸਿਰ ਪਲੋਸਦਾ, ਪਰ ਬਚਨ ਸਿੰਘ ਨੂੰ ਕੋਲ ਖਲੋਤੇ ਨੂੰ ਨਾ ਬੁਲਾਉਂਦੀ। ਉਹ ਬੇਸ਼ੱਕ ਆਪੇ ਪਸੀਜ ਕੇ ਧੀ ਅਤੇ ਦੋਹਾਂ ਦੋਹਤਿਆਂ ਦੇ ਸਿਰਾਂ ਉੱਪਰ ਆਪਣੇ ਕੰਬਦੇ ਹੱਥ ਰੱਖ ਦਿੰਦਾ। ਗਿਆਨੋ ਵੱਲੋਂ ਉਸ ਦਿਨ ਕੀਤੇ ਇੰਨੇ ਰੁੱਖੇ ਵਰਤਾਓ ਮਗਰੋਂ ਕੁਝ ਦਿਨਾਂ ਲਈ ਤਾਂ ਸਾਊ ਨਾਨਾ ਆਪਣੇ ਆਪ ਨੂੰ ਸੰਭਾਲ ਨਾ ਸਕਿਆ। ਸੁੱਖ ਨਿਧਾਨ ਦੀ ਮੌਜ ਵਿੱਚ ਅੰਦਰਲੇ ਮਕਾਨ ਵਿੱਚ ਵੜ ਕੇ ਸੁੱਤਾ ਰਹਿੰਦਾ। ਵੱਡੀ ਨਾਨੀ ਹੀ ਉਸ ਨੂੰ ਰੋਟੀ ਪਾਣੀ ਪੁੱਛਦੀ। ਉਦਣ ਤੋਂ ਅਮਰ ਕੌਰ ਨੇ ਮੁੜ ਆਪਣਾ ਅਲੱਹਦਾ ਟਿਕਾਣਾ ਮੱਲ ਲਿਆ। ਗਿਆਨੋ ਮਾਸੀ ਜਾਣ ਲੱਗੀ ਉਸ ਨੂੰ ਮਾਂ ਧੀ ਦੇ ਰਿਸ਼ਤੇ ਵਾਲੀ ਆਣ ਜੋ ਪਾ ਗਈ ਸੀ, ਪਰ ਅਮਰ ਕੌਰ ਨੂੰ ਦੇਰ ਰਾਤ ਤੱਕ ਨੀਂਦ ਨਾ ਆਉਂਦੀ। ਕਈ ਵਾਰੀ ਉਸ ਨੂੰ ਗਿਆਨੋ ਵੱਲੋਂ ਕੀਤੀ ਹਰਕਤ ਬਿਲਕੁਲ ਹੋਛੀ ਜਾਪਦੀ
ਧੀ ਨੇ ਮਸਾਂ ਨੇੜੇ ਲੱਗਿਆ ਪਿਓ ਇੱਕਦਮ ਦੂਰ ਭਜਾ ਦਿੱਤਾ ਸੀ। ਕਦੇ ਉਸ ਨੂੰ ਬਚਨ ਸਿੰਘ ਉੱਤੇ ਗੁੱਸਾ ਆਉਂਦਾ, ਜਿਹੜਾ ਆਪਣੀ ਅੰਸ ਬੰਸ ਨੂੰ ਆਪਣੀ ਮੰਨਣ ਤੋਂ ਇਨਕਾਰੀ ਸੀ। ਪਤਾ ਨਹੀਂ ਪ੍ਰੀਤਮ ਕੌਰ ਨੇ ਉਸ ਨੂੰ ਕਿਹੜਾ ਤਵੀਤ ਘੋਲ ਕੇ ਪਿਲਾ ਦਿੱਤਾ ਸੀ। ਬਿਲਕੁਲ ਓਪਰੇ ਮਰਦ ਵਾਂਗ ਵਰਤਾਓ ਕਰਦਾ। ਉੱਲੂ ਜਿਵੇਂ ਉਸ ਦੇ ਬਾਦ ਪੈ ਗਿਆ ਸੀ। ਟਿੱਕੀ ਰਾਤ ਨੂੰ ਜਿੱਦ ਕੇ ਬਨੇਰੇ ਉੱਪਰ ਬੋਲਦਾ। ਕਿੱਕਰ ਉੱਤੇ ਬੈਠੇ ਚੁਗਲ ਚਬਰ ਚੂੰ ਕਰਦੇ। ਨਾਨੀ ਨੂੰ ਜਾਪਦਾ ਜਿਵੇਂ ਹਰੇਕ ਰਾਤ ਬਾਹਰਲੀ ਖਿੜਕੀ ਕੋਲ ਖੜ੍ਹਾ ਕੋਈ ਪਰਛਾਵਾਂ ਉਸ ਦੇ ਸਾਹਾਂ ਦੀ ਬਿੜਕ ਲੈਂਦਾ। ਨਾਨੀ ਦਹਿਲ ਕੇ ਉੱਠਦੀ, ਅੱਖਾਂ ਮੀਚੀ ਜਪਜੀ ਸਾਹਿਬ ਪੜ੍ਹਦੀ, ਸੌਣ ਲੱਗੀ ਮੁੜ ਕੀਰਤਨ ਸੋਹਲਾ ਗੁਣਗੁਣਾਉਂਦੀ। ਕੁਝ ਮਹੀਨਿਆਂ ਵਿੱਚ ਉਸਨੇ ਇੱਕ ਹੋਰ ਭਰਮ ਸਿਰਜ ਲਿਆ। ਆਪਣੀ ਕੰਧ ਵਿਚਲੇ ਆਲੇ ਵਿੱਚ ਚਿਰਾਗ ਬਾਲ ਕੇ ਸੁਬਾਹ ਸ਼ਾਮ ਪਤਾ ਨਹੀਂ ਕਿਹੜੀ ਸ਼ਕਤੀ ਅੱਗੇ ਹੱਥ ਜੋੜਦੀ, ਰਜੂਈਆਂ ਕਰਦੀ, ਇਹਨੂੰ ਸਮੱਤ ਬਖਸ਼ੀ ਮੂਰਖ ਮੁਗਧ ਅਗਿਆਨੀ ਬੰਦੇ ਨੂੰ। ਸਹੀ ਰਾਹਾਂ ਉੱਤੇ ਤੈਂ ਹੀ ਲਿਆਉਣਾ ਬਾਬਾ। ਇਸ ਤੋਂ ਅੱਗੇ ਪਤਾ ਨਹੀਂ ਕਿੰਨਾ ਕੁਝ ਮੂੰਹ ਵਿੱਚ ਬੋਲਦੀ, ਅੱਖਾਂ ਵਿੱਚ ਹੰਝੂ ਭਰ ਕੇ ਪੱਲਾ ਅੱਡਦੀ, ਲੰਬੀ ਪੈ ਕੇ ਡੰਡੌਤ ਕਰਦੀ, ਨੱਕ ਨਾਲ ਲਕੀਰਾਂ ਕੱਢਦੀ, ਪਿਛਲੇ ਜਨਮ ਵਿੱਚ ਕੀਤੀਆਂ ਭੁੱਲਾਂ ਬਖਸ਼ਾਉਂਦੀ। ਤੂੰ ਇਹ ਕੁਸ਼ਗਨੇ ਜਨੌਰ ਨੂੰ ਉਡਾਉਂਦੀ ਕਿਉਂ ਨਹੀਂ ਚਾਚੀ ਅਮਰਕੁਰੇ? ਇੱਕ ਰਾਤ ਸਾਹਮਣੇ ਨਵੇਂ ਛੱਤੇ ਮਕਾਨ ਉੱਪਰੋਂ ਮਲਕੀਤੋ ਮਾਮੀ ਦੀ ਚਿਲਕਵੀਂ ਆਵਾਜ਼ ਆਈ, ਆਪੇ ਉੱਡ ਜਾਊ ਮਲਕੀਤ ਕੁਰੇ, ਆਪਣੀ ਅਜ਼ਮਤ ਦਿਖਾ ਕੇ ਉੱਡ ਜਾਊ, ਤੂੰ ਦੇਖਦੀ ਜਾ, ਇੱਕ ਦਿਨ ਕੋਈ ਕੌਤਕ ਵਰਤ ਕੇ ਰਹੂਗਾ। ਮਿੱਠੀ ਨਾਨੀ ਬੇਪਰਵਾਹੀ ਜਿਹੀ ਨਾਲ ਆਖਦੀ, ਗਾਉਣ ਲੱਗ ਪਈ, ਊਈਓ ਨਹੀਂ ਉੱਲੂ ਬੋਲਦਾ, ਊਈਓ ਨਹੀਂ ਉੱਲੂ ਬੋਲਦਾ, ਉੱਲੂ ਬੋਲੇ ਵਿੱਚ ਉਜਾੜਾਂ, ਉੱਲੂ ਸੁਣਦਾ ਬੋਲਦੇ ਹਾੜਾਂ। ਉਹ ਗਾਉਂਦੀ ਰਹੀ।